ਹੈਲੋ एवरीवन। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਡੋਮੇਨ ਐਂਡ ਰੇਂਜ ਆਫ ਐਨੀ ਫੰਕਸ਼ਨ। ਇਸ ਤੋਂ ਪ੍ਰੀਵੀਅਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰ ਚੁੱਕੇ ਹਾਂ ਬੱਚੇ ਕਿ ਫੰਕਸ਼ਨ ਸਾਡੇ ਕੋਲ ਕੀ ਹੁੰਦਾ, ਫੰਕਸ਼ਨ ਕੀ ਸੀਗਾ, ਫੰਕਸ਼ਨ ਦੀ ਡੈਫੀਨੇਸ਼ਨ ਪਲੱਸ ਉਹਦਾ ਕਨਸੈਪਟ ਕਿ ਆਪਾਂ ਉਹਨੂੰ ਰੀਅਲ ਲਾਈਫ ਨਾਲ ਕਿਵੇਂ ਜੋੜ ਸਕਦੇ ਹਾਂ, ਪਲੱਸ ਉਹਦੀਆਂ ਟਾਈਪਸ। ਇਹ ਸਭ ਕੁਝ ਅਸੀਂ ਪਿਛਲੀ ਵੀਡੀਓਜ਼ 'ਚ ਦੇਖ ਕਰ ਚੁੱਕੇ ਹਾਂ। ਸੋ ਜੇ ਕਿਸੇ ਨੂੰ ਵੀ ਉਹਦੀ ਡੈਫੀਨੇਸ਼ਨ 'ਚ ਜਾਂ ਕਨਸੈਪਟ 'ਚ ਕੋਈ ਵੀ ਪ੍ਰੋਬਲਮ ਆ ਤਾਂ ਪਹਿਲਾਂ ਉਹ ਦੇਖ ਲਿਓ। ਹੁਣ ਇਹਦੇ ਵਿੱਚ ਅਸੀਂ ਕਰਨਾ ਬੱਚੇ ਡੋਮੇਨ ਐਂਡ ਰੇਂਜ ਆਫ ਐਨੀ ਫੰਕਸ਼ਨ। ਦੇਖੋ ਡੋਮੇਨ ਅਤੇ ਰੇਂਜ ਜੇ ਅਸੀਂ ਸਿੰਪਲ ਵਰਡਸ ਦੀ ਗੱਲ ਕਰੀਏ, ਫੰਕਸ਼ਨ ਸਾਡੇ ਕੋਲ ਇੱਕ ਮੈਪਿੰਗ ਸੀ ਜੋ ਕਿਸੇ ਇੱਕ ਸੈੱਟ ਤੋਂ ਦੂਸਰੇ ਸੈੱਟ ਤੱਕ ਜਾਂਦੀ ਆ। ਤਾਂ ਜਿਹੜੇ ਮੈਪਿੰਗ ਵਿੱਚ ਅਸੀਂ ਜਿਸ ਸੈੱਟ ਤੋਂ ਲੈ ਕੇ ਜਾਂਦੇ ਹਾਂ, ਮਤਲਬ ਏ ਸੈੱਟ ਤੋਂ ਸਾਡੀ ਬੀ ਸੈੱਟ ਤੱਕ ਕੋਈ ਮੈਪਿੰਗ ਆ, ਇਸ ਦਾ ਮਤਲਬ ਇਹਦੇ ਵਿੱਚੋਂ ਕੋਈ ਅਸੀਂ ਇਨਪੁਟ ਉਹਨੂੰ ਦਿੰਦੇ ਹਾਂ, ਏ ਸੈੱਟ ਦਾ ਕੋਈ ਐਲੀਮੈਂਟ ਫੰਕਸ਼ਨ ਦੇ ਵਿੱਚ ਪਾਉਂਦੇ ਹਾਂ ਅਤੇ ਆਨਸਰ ਸਾਨੂੰ ਕੋਈ ਬੀ ਸੈੱਟ ਦਾ ਐਲੀਮੈਂਟ ਮਿਲਦਾ। ਸੋ ਡੋਮੇਨ ਕੀ ਹੋਏਗੀ, ਆਲ ਪੋਸੀਬਲ ਇਨਪੁਟ ਵੈਲਿਊ। ਕਹਿੰਦੇ ਜਿਹੜੀ ਫੰਕਸ਼ਨ ਦੇ ਵਿੱਚ ਅਸੀਂ ਪੋਸੀਬਲ ਇਨਪੁਟ ਦੇ ਸਕਦੇ ਹਾਂ, ਜੋ ਵੈਲਿਊ ਅਸੀਂ ਉਹਨੂੰ ਵਿੱਚ ਪਾ ਸਕਦੇ ਹਾਂ, ਉਹ ਹੋਊਗੀ ਸਾਡੇ ਕੋਲ ਡੋਮੇਨ। ਐਂਡ ਰੇਂਜ ਕੀ ਆ, ਆਲ ਪੋਸੀਬਲ ਆਊਟਪੁੱਟ ਵੈਲਿਊਜ਼। ਕਹਿੰਦੇ ਹੁਣ ਉਹਦਾ ਆਨਸਰ ਜਦੋਂ ਅਸੀਂ ਇਹਦੇ ਵਿੱਚ ਕੋਈ ਐਲੀਮੈਂਟ ਪਾਤਾ, ਕੋਈ ਇਨਪੁਟ ਦੇਤੀ, ਇਹਨੂੰ ਐਕਸ ਦੇਤੀ, ਵਾਈ ਦੇਤੀ, x1 ਦੇਤੀ, x2 ਦੇਤੀ, ਉਸ ਤੋਂ ਬਾਅਦ ਉਹਦੇ ਉੱਤੇ ਫੰਕਸ਼ਨ ਅਪਲਾਈ ਕੀਤਾ, ਫਿਰ ਉਹਦੇ ਵਿੱਚ ਫੰਕਸ਼ਨਿੰਗ ਹੋਈ ਤਾਂ ਆਨਸਰ ਸਾਨੂੰ ਕੀ ਮਿਲਿਆ, ਜੋ ਉਹਦਾ ਆਨਸਰ ਸਾਨੂੰ ਮਿਲੇਗਾ ਉਹ ਹੋਏਗਾ ਬੱਚੇ ਸਾਡੀ ਆਊਟਪੁੱਟ ਜਾਂ ਫਿਰ ਕਹਿ ਲਓ ਸਾਡੀ ਰੇਂਜ। ਸੋ ਡੋਮੇਨ ਕੀ ਆ, ਇਨ ਫੰਕਸ਼ਨ ਜਿਹੜੇ ਵੀ ਪੋਸੀਬਲ ਇਨਪੁਟ ਵੈਲਿਊਜ਼ ਅਸੀਂ ਕਿਸੇ ਫੰਕਸ਼ਨ ਨੂੰ ਦੇ ਸਕਦੇ ਹਾਂ ਉਹ ਸਾਡੀ ਡੋਮੇਨ ਹੁੰਦੀ ਆ। ਜਿੰਨੇ ਵੀ ਪੋਸੀਬਲ ਆਨਸਰ ਸਾਨੂੰ ਮਿਲ ਸਕਦੇ ਨੇ, ਆਊਟਪੁੱਟ ਸਾਨੂੰ ਮਿਲ ਸਕਦੇ ਆ, ਉਹ ਸਾਡੀ ਰੇਂਜ ਹੁੰਦੀ ਆ। ਆਈ ਹੋਪ ਬੱਚੇ ਡੈਫੀਨੇਸ਼ਨ ਪਤਾ ਲੱਗਿਆ ਹੋਏਗਾ। ਕਹਿੰਦੇ ਫੰਕਸ਼ਨ ਕੀ ਹੁੰਦਾ ਹੈ, ਫੰਕਸ਼ਨ ਸਾਡੇ ਕੋਲ ਇੱਕ ਨੋਨ ਐਮਟੀ ਸੈੱਟ ਤੋਂ ਇੱਕ ਨੋਨ ਐਮਟੀ ਸੈੱਟ ਤੱਕ ਮੈਪਿੰਗ ਹੁੰਦੀ ਆ। ਜਿਵੇਂ ਇਹ ਕਹਿ ਲਓ 1 2 3, ਇੱਧਰ ਆ 4 5 6, 1 'ਤੇ ਮੈਪ ਕੀਤਾ ਵਿੱਚ 5 ਆ ਗਿਆ, 2 'ਤੇ 4 ਆਨਸਰ ਆ ਗਿਆ, 3 6 ਆ ਗਿਆ। ਫੰਕਸ਼ਨਿੰਗ ਇਸ ਤਰ੍ਹਾਂ ਕੀਤੀ ਹੋਈ ਆ। ਤਾਂ ਜਿਹੜੀ ਇਨਪੁਟ ਦਿੱਤੀ ਅਸੀਂ 1 ਇਹਨੂੰ ਇਨਪੁਟ ਦਿੱਤੀ ਬੱਚੇ, 1 ਦਾ ਆਨਸਰ ਇਹਨੇ ਕੀ ਦਿੱਤਾ, 5 ਦਿੱਤਾ। ਸੋ 1 ਸਾਡੀ ਕੀ ਹੋ ਗਈ ਇਨਪੁਟ ਅਤੇ 5 ਸਾਡਾ ਕੀ ਹੋ ਗਿਆ ਆਊਟਪੁੱਟ। ਜਿਹੜੀ ਇਨਪੁਟ ਅਸੀਂ ਦੇ ਰਹੇ ਹਾਂ, 1 ਦੇ ਰਹੇ ਹਾਂ, 2 ਦੇ ਰਹੇ ਹਾਂ, 3 ਦੇ ਰਹੇ ਹਾਂ, ਇਹ ਇੰਨੀ ਵੀ ਪੋਸੀਬਲ ਇਨਪੁਟ ਆ, ਇਹਨੂੰ ਸਾਰੇ ਨੂੰ ਅਸੀਂ ਕੀ ਬੋਲਾਂਗੇ ਡੋਮੇਨ। ਅਤੇ ਜੋ ਇਹਦੇ ਪੋਸੀਬਲ ਆਨਸਰ ਨੇ, ਜਿਵੇਂ 1 ਦਾ 5 ਆ ਗਿਆ, 2 ਦਾ 4 ਆ ਗਿਆ, 3 ਦਾ 6 ਆ ਗਿਆ, ਇਹ ਸਾਡੇ ਪੋਸੀਬਲ ਆਨਸਰਸ ਨੇ, ਤਾਂ ਇਹਨਾਂ ਨੂੰ ਅਸੀਂ ਕੀ ਬੋਲਾਂਗੇ ਰੇਂਜ। ਰੇਂਜ ਜਿਵੇਂ ਹੁਣ ਬੱਚੇ ਇਹਦੇ ਵਿੱਚ 7 ਪਿਆ ਹੁੰਦਾ, 7 ਦੀ ਬਟ ਕੋਈ ਮੈਪਿੰਗ ਨਹੀਂ ਹੈਗੀ, ਤਾਂ ਕਰਕੇ ਅਸੀਂ 7 ਨੂੰ ਇਹਦੀ ਰੇਂਜ 'ਚ ਇਨਕਲੂਡ ਨਾ ਕਰਦੇ, ਉਹ ਇਹਦੀ ਕੋਡੋਮੇਨ ਆ ਜਾਂਦੀ। ਰੇਂਜ ਕੀ ਹੋਏਗਾ, ਸਿਰਫ ਉਹ ਸਾਡੇ ਪੋਸੀਬਲ ਆਨਸਰ ਜੋ ਸਾਡੇ ਕੋਲ ਆਨਸਰ ਮਿਲ ਰਹੇ ਨੇ ਉਹ ਸਾਡੀ ਕੀ ਆ, ਰੇਂਜ ਆ। ਜਿਵੇਂ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਵਿੱਚ ਸਾਨੂੰ ਫੰਕਸ਼ਨ ਡਿਫਾਈਨ ਹੈ f(x) = x, f(x) = x। ਕੋਈ ਮੈਪਿੰਗ ਲੈ ਲਈ ਬੱਚੇ, ਇਹਦੀ ਸਾਨੂੰ ਸੈੱਟ ਹੋਏਗਾ ਕਿ ਅਸੀਂ ਮੈਪਿੰਗ ਕਿੱਥੋਂ ਤੋਂ ਲੈਣੀ ਹੈ, ਰੀਅਲ ਤੋਂ ਲੈ ਕੇ ਰੀਅਲ ਤੱਕ ਮੈਪਿੰਗ ਲੈਣੀ ਹੈ ਬੱਚੇ। ਮੇਨਲੀ ਤੁਹਾਡੇ ਸਿਲੇਬਸ 'ਚ ਰੀਅਲ ਤੋਂ ਰੀਅਲ ਤੱਕ ਇਹਦੀ ਮੈਪਿੰਗ ਆ। ਸੋ ਰੀਅਲ ਨੰਬਰਸ ਕੋਈ ਇਨਪੁਟ ਦੇਵਾਂਗੇ ਅਤੇ ਸਾਨੂੰ ਆਊਟਪੁੱਟ ਦੇ ਵਿੱਚ ਵੀ ਕੋਈ ਰੀਅਲ ਨੰਬਰ ਆ ਜਿਹੜਾ ਉਹ ਮਿਲਣਾ ਚਾਹੀਦਾ। ਅਤੇ ਜਿਹੜੀ ਅਸੀਂ ਉਹਦੇ ਵਿੱਚ ਫੰਕਸ਼ਨਿੰਗ ਕਰਨੀ ਆ ਉਹ ਕੀ ਆ ਬੱਚੇ, ਕਹਿੰਦਾ ਜਦੋਂ ਅਸੀਂ ਕਿਸੇ ਫੰਕਸ਼ਨ ਦੇ ਵਿੱਚ ਐਕਸ ਪਾਇਆ ਤਾਂ ਉਹੀ ਸਾਨੂੰ ਸੇਮ ਆਨਸਰ ਦੇ ਦੂਗਾ। ਹੁਣ ਇਹਦੀ ਰੇਂਜ ਅਤੇ ਡੋਮੇਨ ਫਾਈਂਡ ਕਰਨੀ ਹੈ। ਦੇਖੋ ਕਿਹੜੀ ਵੈਲਿਊ ਅਸੀਂ ਦੇ ਸਕਦੇ ਹਾਂ, ਰੇਂਜ ਅਤੇ ਡੋਮੇਨ ਦਾ ਸਾਨੂੰ ਉੱਥੇ ਫਰਕ ਪੈਂਦਾ ਹੁੰਦਾ ਬੱਚੇ ਜਦੋਂ ਸਾਡੇ ਕੋਲ ਕਿਸੇ ਚੀਜ਼ ਹੇਠ 0 ਬਣ ਜਾਵੇ। ਜਿਵੇਂ 1/0 ਹੈ ਅਤੇ ਇਹ ਇਨਫਾਨਾਈਟ ਹੋ ਜਾਂਦੀ ਹੈ, ਇਹਨੂੰ ਅਸੀਂ ਡਿਫਾਈਨ ਨਹੀਂ ਕਰ ਪਾਉਂਦੇ। ਸੋ ਰੇਂਜ ਕੀ ਹੁੰਦੀ ਹੈ, ਡੋਮੇਨ ਕੀ ਹੁੰਦੀ ਹੈ, ਜੋ ਅਸੀਂ ਇਨਪੁਟ ਉਹਨੂੰ ਦਈਏ ਅਤੇ ਉਹਦੇ ਉੱਤੇ ਫੰਕਸ਼ਨ ਦੀ ਵੈਲਿਊ ਕੀ ਹੈ ਜਿਹੜੀ ਕੋਈ ਐਗਜ਼ਿਸਟ ਕਰੇ, ਕੋਈ ਫਾਈਨਾਈਟ ਵੈਲਿਊ ਐਗਜ਼ਿਸਟ ਕਰੇ। ਜਿਵੇਂ ਹੁਣ ਇੱਥੇ ਕੋਈ ਵੀ ਵੈਲਿਊ ਦੇ ਦਿਓ, ਐਕਸ ਦੀ ਵੈਲਿਊ ਤੁਸੀਂ 1 ਭਰੋਗੇ ਤਾਂ 1 ਆਨਸਰ ਆ ਜਾਊ, 2 ਭਰੋਗੇ ਤਾਂ ਆਨਸਰ 2 ਆ ਜਾਊ, 3 ਭਰੋਗੇ ਤਾਂ ਆਨਸਰ 3 ਆ ਜਾਊ, 4 ਭਰੋਗੇ ਤਾਂ ਫੰਕਸ਼ਨ 4 ਆ ਜਾਊ। ਕਿਉਂਕਿ ਫੰਕਸ਼ਨਿੰਗ ਕੀ ਆ, ਜੋ ਐਲੀਮੈਂਟ ਦੇ ਰਹੇ ਹੋ ਉਹੀ ਸਾਨੂੰ ਆਨਸਰ ਦੇ ਵਿੱਚ ਮਿਲੀ ਜਾਂਦਾ। ਜੇ ਅਸੀਂ ਇਹਦੀ ਡਾਇਗਰਾਮ ਬਣਾਈਏ ਤਾਂ 1 2 3 4 ਅਪ ਟੂ ਸੋ 1, 1 2 3 4 ਅਪ ਟੂ ਸੋ 1 ਦੀ 1 ਆ ਗਈ, 2 ਦੀ 2, 3 ਦੀ 3। ਤਾਂ ਰੀਅਲ ਦੇ ਵਿੱਚ ਕੀ ਆ, ਪੁਆਇੰਟਸ ਵਾਲੀ ਕੋਈ ਵੀ ਟਰਮ ਲੈ ਲਓ, ਜੇ 0.001 ਲੈ ਲਓ, ਉਹਦਾ ਵੀ ਆਨਸਰ 0.001 ਆ ਜਾਓ। ਜਿਹੜਾ ਐਲੀਮੈਂਟ ਪਾਓਗੇ ਉਹਦੇ ਲਈ ਪੋਸੀਬਲ ਆਊਟਪੁੱਟ ਪਈ ਆ। ਸੋ ਕਿਹੜੀ ਇਨਪੁਟ ਅਸੀਂ ਦੇ ਸਕਦੇ, ਅਸੀਂ ਸਾਰੇ ਹੀ ਰੀਅਲ ਨੰਬਰ ਇਹਦੇ ਵਿੱਚ ਦੇ ਸਕਦੇ ਹਾਂ, ਕਿਸੇ 'ਤੇ ਕੋਈ ਪ੍ਰੋਬਲਮ ਨਹੀਂ ਆ ਰਹੀ। ਸੋ ਇਸ ਫੰਕਸ਼ਨ ਦੇ ਲਈ f(x) = x ਦੇ ਲਈ ਇਹਦੀ ਡੋਮੇਨ ਕੀ ਹੋਗੀ, ਆਲ ਰੀਅਲ ਨੰਬਰਸ। ਅਤੇ ਆਨਸਰ ਕੀ ਮਿਲ ਸਕਦੇ ਨੇ ਬੱਚੇ, ਆਨਸਰ ਕਹਿੰਦੇ ਜਿਹੜਾ ਐਕਸ ਪਾਵਾਂਗੇ ਉਹੀ ਸਾਡਾ ਆਨਸਰ ਵੀ ਉਹੀ ਦੇਊਗਾ। ਤਾਂ ਰੇਂਜ ਵੀ ਕੀ ਹੋਗੀ, ਆਲ ਪੋਸੀਬਲ ਰੀਅਲ ਨੰਬਰ। ਲਿਖਾਂਗੇ ਕਿਵੇਂ ਬੱਚੇ, ਕਹਿੰਦੇ ਹੁਣ ਜਿਵੇਂ ਫੰਕਸ਼ਨ ਆਇਆ ਅਤੇ ਇਹਦੀ ਡੋਮੇਨ ਅਸੀਂ ਲਿਖਾਂਗੇ DF, ਇਸ ਤਰ੍ਹਾਂ ਕਿ ਡੋਮੇਨ ਆਫ ਅ ਫੰਕਸ਼ਨ
ऑल रियल नंबर्स ਜਾਂ ਇਹ ਲਿਖ ਸਕਦੇ ਹੋ ਬੱਚੇ ਕਿ ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ ਤੱਕ ਕੋਈ ਵੀ ਵੈਲਿਊ ਪਾ ਲਓ, ਸਾਨੂੰ ਆਨਸਰ ਹਰੇਕ ਵੈਲਿਊ 'ਤੇ ਮਿਲੇਗਾ ਹੀ ਮਿਲੇਗਾ। ਅਤੇ ਇਹਦੀ ਰੇਂਜ ਸਪੇਸ ਕਿਵੇਂ ਲਿਖਾਂਗੇ, RF ਨਾਲ ਇਹਨੂੰ ਸ਼ੋ ਕਰਾਂਗੇ। ਇਹਦੇ ਵਿੱਚ ਵੀ ਬੱਚੇ ਆਲ ਰੀਅਲ ਨੰਬਰਸ ਕਿਉਂ, ਕਿਉਂਕਿ ਜਿਹੜਾ ਮਰਜ਼ੀ ਵੈਲਿਊ ਪਾ ਦਿਓ ਤਾਂ ਆਹੀ ਆਨਸਰ ਮਿਲੂਗਾ। ਸੋ ਇਹਦੀ ਰੇਂਜ ਵੀ ਐਵੇਂ ਲਿਖ ਸਕਦੇ ਹੋ ਮਾਈਨਸ ਇਨਫਿਨਿਟੀ ਟੂ ਇਨਫਿਨਿਟੀ। ਮਾਈਨਸ ਇਨਫਿਨਿਟੀ ਤੋਂ ਲੈ ਕੇ ਪੋਜ਼ੀਟਿਵ ਇਨਫਿਨਿਟੀ ਤੱਕ ਜਿੰਨੀ ਮਰਜ਼ੀ ਪੁਆਇੰਟ ਵਾਲੀ ਜਿਹੜੀ ਮਰਜ਼ੀ ਰੈਸ਼ਨਲ ਜਿਹੜੀ ਮਰਜ਼ੀ ਇਰੈਸ਼ਨਲ ਵੈਲਿਊ ਪਾ ਦਿਓ, ਸਾਨੂੰ ਸਾਰਿਆਂ ਦਾ ਆਨਸਰ ਆ ਜਿਹੜਾ ਉਹ ਮਿਲੂਗਾ। ਸੋ ਫਸਟ ਫੰਕਸ਼ਨ, ਜਦੋਂ ਸਾਡੇ ਕੋਲ ਫੰਕਸ਼ਨ ਕੀ ਆ f(x) = x, ਤਾਂ ਇਹਦੀ ਡੋਮੇਨ ਕੀ ਆ ਆਲ ਰੀਅਲ ਨੰਬਰ, ਅਤੇ ਰੇਂਜ ਵੀ ਕੀ ਹੈ ਇਹਦੀ ਆਲ ਰੀਅਲ ਨੰਬਰਸ। ਇਹ ਸੀਗੀ ਫਸਟ ਐਗਜ਼ਾਮਪਲ। ਨੈਕਸਟ ਦੇਖਦੇ ਹਾਂ ਬੱਚੇ, ਉਹਦੇ ਨਾਲ ਹੋਰ ਕਨਸੈਪਟ ਕਲੀਅਰ ਹੋ ਜਾਏਗਾ। ਕਹਿੰਦੇ f(x) ਸਾਨੂੰ ਦਿੱਤਾ ਹੋਇਆ x ਦੀ ਸਕੇਅਰ, ਇਹਦੇ ਲਈ ਡੋਮੇਨ ਅਤੇ ਰੇਂਜ ਫਾਈਂਡ ਕਰਨੇ ਆ। ਅਸੀਂ ਅਗੇਨ ਰੀਅਲ ਵੈਲਿਊ 'ਤੇ ਹੀ ਚੈੱਕ ਕਰਾਂਗੇ ਵਿੱਚ ਕੀ ਸਾਨੂੰ ਰੀਅਲ ਵੈਲਿਊ ਪਾਈਏ ਅਤੇ ਰੀਅਲ ਵੈਲਿਊ ਆਨਸਰ ਆਊਗੀ। ਦੇਖੋ ਹੁਣ ਇੱਥੇ ਕੀ ਕੋਈ ਡਿਨੋਮੀਨੇਟਰ ਹੈਗਾ, ਬੱਚੇ ਪ੍ਰੋਬਲਮ ਸਿਰਫ ਉੱਥੇ ਆਊਗੀ ਜਿੱਥੇ ਕੋਈ ਡਿਨੋਮੀਨੇਟਰ ਹੋਵੇ। ਇੱਥੇ ਤਾਂ ਕੋਈ ਡਿਨੋਮੀਨੇਟਰ ਨਹੀਂ ਹੈਗਾ, ਇਕੱਲਾ x² ਪਿਆ, ਤਾਂ ਇਹਦੀ ਡੋਮੇਨ ਅਤੇ ਰੇਂਜ ਫਾਈਂਡ ਕਰਨ 'ਚ ਕੋਈ ਖਾਸ ਪ੍ਰੋਬਲਮ ਨਹੀਂ ਹੋਣੀ। ਬਸ ਕੀ ਕਹਿੰਦੇ ਅਸੀਂ ਕਿਹੜੀ ਪੋਸੀਬਲ ਇਨਪੁਟ ਦੇ ਸਕਦੇ ਹਾਂ, 1 ਦੇ ਲਓ, 2 ਦੇ ਲਓ, 0.5 ਦੇ ਲਓ, 0.28 ਦੇ ਲਓ, ਕੋਈ ਪ੍ਰੋਬਲਮ ਨਹੀਂ। ਜਿਹੜਾ ਮਰਜ਼ੀ ਨੰਬਰ ਦੇ ਦਿਓ, ਉਹਦੀ ਬਸ ਅਸੀਂ ਆਨਸਰ ਕੀ ਕਰ ਦੇਣਾ, ਉਹਦੀ ਸਕੇਅਰ ਕਰ ਦੇਣੀ ਆ। ਹਰੇਕ ਦੀ ਸਕੇਅਰ ਐਗਜਿਸਟ ਕਰੇਗੀ, 0 ਦੀ ਵੀ ਐਗਜਿਸਟ ਕਰੇਗੀ, 1 ਦੀ ਵੀ, 1/2 ਦੀ ਵੀ, ਸਾਰਿਆਂ ਦੀ ਸਕੇਅਰ ਐਗਜਿਸਟ ਕਰ ਰਹੇ ਆ। ਸੋ ਇਨਪੁਟ 'ਚ ਇੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ। ਇਨਪੁਟ ਅਸੀਂ ਆਲ ਰੀਅਲ ਨੰਬਰ ਦੇ ਸਕਦੇ ਹਾਂ, ਆਲ ਰੀਅਲ ਨੰਬਰਸ, ਕੋਈ ਵੀ ਰੀਅਲ ਨੰਬਰ ਇਹਨੂੰ ਦੇ ਸਕਦੇ ਹਾਂ। ਹੁਣ ਆ ਗਿਆ ਆਊਟਪੁੱਟ। ਬੱਚੇ ਕਹਿੰਦੇ ਜਦੋਂ ਅਸੀਂ ਇਹਨੂੰ ਕੋਈ ਰੀਅਲ ਨੰਬਰ ਦਿੱਤਾ ਤਾਂ ਆਨਸਰ ਕੀ ਆਏਗਾ ਸਾਡੇ ਕੋਲ। ਦੇਖੋ ਜੇ ਅਸੀਂ ਇਹਦੇ ਵਿੱਚ 1 ਪਾਇਆ, ਆਨਸਰ 1 ਦੀ ਸਕੇਅਰ 1। ਜਦੋਂ ਅਸੀਂ ਇਹਦੇ ਵਿੱਚ 2 ਪਾਇਆ ਤਾਂ ਆਨਸਰ 2 ਦੀ ਸਕੇਅਰ 4। ਜਦੋਂ ਇਹਦੇ ਵਿੱਚ ਆਨਸਰ 3 ਪਾਇਆ, ਆਨਸਰ ਕੀ ਹੈ, ਇਨਪੁਟ 3 ਪਾਈ ਤਾਂ ਆਨਸਰ ਕੀ ਆਏਗਾ 9। ਦੇਖੋ ਜੇ -1 ਪਾਇਆ, -1 ਦੀ ਸਕੇਅਰ ਅਗੇਨ 1। ਜਦੋਂ -2 ਪਾਇਆ, ਅਗੇਨ ਉਹਦੀ ਸਕੇਅਰ 4। ਤਾਂ ਤੁਸੀਂ ਦੇਖੋਗੇ ਸਾਨੂੰ ਰੀਅਲ ਨੰਬਰਸ ਮਿਲ ਰਹੇ ਨੇ। ਕਿਹੜੇ ਰੀਅਲ ਨੰਬਰ ਮਿਲ ਰਹੇ ਨੇ, ਬਟ ਕਿਹੜੇ, ਸਿਰਫ ਪੋਜ਼ੀਟਿਵ। 1 ਮਿਲਿਆ, 4 ਮਿਲਿਆ, 9 ਮਿਲਿਆ, 1 ਅਗੇਨ, 4 ਅਗੇਨ। ਮਤਲਬ ਜਦੋਂ ਅਸੀਂ ਨੈਗੇਟਿਵ ਵੀ ਭਰ ਰਹੇ ਹਾਂ ਤਾਂ ਆਨਸਰ ਸਾਨੂੰ ਕੀ ਮਿਲ ਰਹੇ ਨੇ, ਪੋਜ਼ੀਟਿਵ ਵੈਲਿਊਜ਼ ਮਿਲ ਰਹੀਆਂ ਨੇ। ਤਾਂ ਇਹਦੇ ਲਈ ਅਸੀਂ ਰੇਂਜ ਕੀ ਕਹਿ ਸਕਦੇ ਹਾਂ, ਕਹਿੰਦੇ ਰੇਂਜ ਦੇ ਵਿੱਚ ਐਲੀਮੈਂਟਸ ਤਾਂ ਆ ਰਹੇ ਨੇ ਪਰ ਰੀਅਲ ਦੇ ਨਹੀਂ ਆ ਰਹੇ। ਕਾਹਦੇ ਐਲੀਮੈਂਟਸ ਆ ਰਹੇ ਨੇ ਸਾਡੇ ਕੋਲ, ਸਿਰਫ ਪੋਜ਼ੀਟਿਵ ਨੰਬਰਸ ਆ ਰਹੇ ਨੇ। ਹਾਂਜੀ, ਸਿਰਫ ਪੋਜ਼ੀਟਿਵ। ਜਿਵੇਂ ਇੱਧਰ ਬੱਚੇ ਡਾਇਗਰਾਮ ਨਾਲ ਸਮਝਾਵਾਂ, 1 -1 ਆ, 0 ਆ, -2 ਆ, 1 ਆ, 2 ਆ, 3 ਆ। ਹੁਣ ਇਹਦੀ ਆਨਸਰ ਫੰਕਸ਼ਨ ਕੀ ਹੈ, ਸਕੇਅਰਿੰਗ ਕਰਨ ਤੋਂ ਬਾਅਦ ਆਨਸਰ ਦਿੰਦਾ। ਇੱਧਰ ਮੰਨ ਲਓ -1 ਆ, -2 ਆ, -3 ਆ, 1 ਆ, 2 ਆ, 3 ਆ, 4 ਆ, 5 ਆ, 6 ਅਪ ਟੂ 0 ਪਾਇਆ ਆਨਸਰ 0, 0 ਦੀ ਸਕੇਅਰ 0 ਹੁੰਦਾ। 1 ਪਾਇਆ ਆਨਸਰ 1 ਦੀ ਸਕੇਅਰ 1 ਹੁੰਦਾ, ਸੋ 1। 2 ਪਾਇਆ ਆਨਸਰ ਕੀ ਆਏਗਾ 4। 3 ਪਾਇਆ ਆਨਸਰ ਕੀ ਆਏਗਾ 9। -1 ਪਾਇਆ ਆਨਸਰ ਕੀ ਆਊਗਾ 1। -2 ਪਾਇਆ ਆਨਸਰ ਕੀ ਆਊਗਾ 4। ਤਾਂ ਸਾਨੂੰ ਡੋਮੇਨ ਕੀ ਹੈ ਬੱਚੇ, ਕਹਿੰਦਾ ਡੋਮੇਨ 'ਚ ਤਾਂ ਅਸੀਂ ਹਰ ਵੈਲਿਊ ਪਾ ਸਕਦੇ ਹਾਂ, ਸਾਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ। ਪਰ ਰੇਂਜ ਕੀ ਕਹਿੰਦੀ ਹੈ, ਕਹਿੰਦੇ ਰੇਂਜ ਦੇ ਵਿੱਚ ਸਾਡੇ ਕੋਲ ਆਨਸਰ ਕੀ ਮਿਲ ਰਹੇ ਨੇ, ਸਿਰਫ 0, 1, 4, 9 ਅਪ ਟੂ ਸੋ। ਕਿਹੜੇ, ਜਿਹੜੇ ਇੱਕ ਪਰਫੈਕਟ ਸਕੇਅਰ ਰੂਟ ਦੱਸ ਸਕਦੇ, ਜਿਵੇਂ 1 ਦਾ ਸਕੇਅਰ ਰੂਟ 1, 4 ਦਾ ਸਕੇਅਰ ਰੂਟ 2, 3 ਦਾ ਸਕੇਅਰ ਰੂਟ ਸਾਡੇ ਕੋਲ 9। ਤਾਂ ਇਹ ਕੀ ਹੋ ਗਈ ਇਹਦੀ ਰੇਂਜ, ਕਿਹੜੇ ਆਨਸਰ ਸਾਨੂੰ ਮਿਲ ਰਹੇ ਨੇ। ਇਹ ਸੀਗੀ ਬੱਚੇ ਸੈਕਿੰਡ ਐਗਜ਼ਾਮਪਲ। ਥਰਡ ਦੇਖਦੇ ਹਾਂ। ਥਰਡ ਦੇ ਵਿੱਚ ਕੀ ਕਹਿ ਰਿਹਾ, ਕਹਿੰਦੇ ਫੰਕਸ਼ਨ ਸਾਨੂੰ ਦਿੱਤਾ ਹੋਇਆ 1/(x - 2), ਇਹਦੀ ਡੋਮੇਨ ਅਤੇ ਰੇਂਜ ਫਾਈਂਡ ਕਰਨੀ। ਦੇਖੋ ਹੁਣ ਇੱਥੇ ਪ੍ਰੋਬਲਮ ਆਊਗੀ ਕਿਉਂਕਿ ਇੱਥੇ ਸਾਡੇ ਕੋਲ ਅਪੋਨ ਦੀ ਫਾਰਮ 'ਚ ਟਰਮ ਪਈ ਹੈ। ਜਦੋਂ ਅਪੋਨ ਦੀ ਫਾਰਮ 'ਚ ਆਵੇ ਉੱਥੇ ਥੋੜ੍ਹੀ ਦਿੱਕਤ ਆ ਜਾਂਦੀ ਹੈ। ਕਹਿੰਦੇ ਜਦੋਂ ਅਪੋਨ ਦੀ ਟਾਈਪ 'ਚ ਫੰਕਸ਼ਨ ਪਿਆ ਤਾਂ ਹਮੇਸ਼ਾ ਇਹ ਦੇਖਣਾ ਕਿ ਇਹਦੀ ਡਿਨੋਮੀਨੇਟਰ ਕਿਹੜੀ ਵੈਲਿਊ 'ਤੇ ਆਨਸਰ ਇਹਦਾ 0 ਬਣੇਗਾ। ਜਿਹੜੀ ਵੀ ਵੈਲਿਊ 'ਤੇ ਬੱਚੇ ਇਹਦੀ ਡਿਨੋਮੀਨੇਟਰ ਦੀ ਵੈਲਿਊ ਆਨਸਰ 0 ਬਣ ਗਿਆ ਨਾ, ਉਹ ਸਾਡੀ ਡੋਮੇਨ ਦਾ ਹਿੱਸਾ ਨਹੀਂ ਹੋ ਸਕਦਾ। ਹੁਣ ਇਹ ਕਿਵੇਂ ਪਤਾ ਲੱਗੂ, ਕਹਿੰਦੇ ਜਿਹੜੀ ਨੀਚੇ ਵਾਲਾ ਡਿਨੋਮੀਨੇਟਰ ਹੁੰਦਾ ਉਹਨੂੰ ਹਮੇਸ਼ਾ ਇਕੁਅਲ ਟੂ ਰੱਖ ਲਓ 0 'ਤੇ। ਜਿਵੇਂ x - 2 ਪਿਆ ਇਕੁਅਲ ਟੂ 0, x ਦੀ ਵੈਲਿਊ ਕਿੰਨੀ ਆ ਗਈ, ਮਾਈਨਸ ਉੱਧਰ ਜਾਏਗਾ ਪਲੱਸ x ਇਕੁਅਲ ਟੂ 2। ਤਾਂ ਜਿਹੜੀ ਬੱਚੇ ਦੀ ਡੋਮੇਨ ਆ ਉਹਦੇ ਵਿੱਚ ਸਿਰਫ ਬਸ ਆ 2 ਨਹੀਂ ਪਾਉਣਾ, ਇਹ ਤੋਂ ਬਿਨਾਂ ਸਾਰੇ ਰੀਅਲ ਪਾ ਸਕਦੇ ਹੋ। ਸੋ ਕੀ ਲਿਖੋਗੇ, ਡੋਮੇਨ ਆਫ ਅ ਫੰਕਸ਼ਨ ਇਜ਼ ਇਕੁਅਲ ਟੂ ਆਲ ਰੀਅਲ ਨੰਬਰ ਐਕਸੈਪਟ 2 ਤੋਂ ਬਿਨਾਂ ਸਾਰੇ ਰੀਅਲ ਨੰਬਰ ਅਸੀਂ ਲੈ ਸਕਦੇ। ਹੁਣ ਕਹੋਗੇ ਜੀ 2 ਕਿਉਂ ਨਹੀਂ ਲੈਣਾ। ਦੇਖੋ ਬੱਚੇ ਜੇ ਇੱਥੇ 2 ਭਰਿਆ, 1/2 - 2 ਕਿੰਨਾ ਆ ਜਾਏਗਾ 1/0। 1/0 ਆਨਸਰ ਕਿੰਨਾ ਆ ਜਾਊਗਾ ਇਨਫਿਨਿਟੀ। ਇਸ ਦਾ ਮਤਲਬ ਉਹ ਤਾਂ ਡਿਫਾਈਨ ਹੀ ਨਹੀਂ ਹੋਣਾ। ਅਸੀਂ ਕੀ ਕਿਹਾ, ਫੰਕਸ਼ਨਸ ਦੀ ਡੋਮੇਨ ਦੇ ਵਿੱਚ ਅਸੀਂ ਸਿਰਫ ਉਹ ਇਨਪੁਟ ਦੇ ਸਕਦੇ ਹਾਂ ਜਿੱਤੇ ਫੰਕਸ਼ਨ ਡਿਫਾਈਨ ਹੋਏਗਾ, ਕੋਈ ਫਾਈਨਾਈਟ ਵੈਲਿਊ ਆਨਸਰ ਦੇਗਾ। ਇੱਥੇ ਤਾਂ ਸਾਨੂੰ ਕੀ ਦੇ ਰਿਹਾ 1/0 ਇਨਫਿਨਿਟੀ ਦੇ ਰਿਹਾ। ਇਸ ਦਾ ਮਤਲਬ ਇੱਥੇ ਡਿਫਾਈਨ ਨਹੀਂ ਹੈਗਾ। ਸੋ ਅਸੀਂ ਇਨਪੁਟ ਨਹੀਂ ਦੇ ਸਕਦੇ, ਕਿਹੜੀ 2।
ਅੱਗੇ ਹੁਣ ਇਹੀ ਫੰਕਸ਼ਨ ਦੀ ਵਿੱਚ ਆਊਟਪੁੱਟ ਕੀ ਆਏਗੀ। ਦੇਖੋ ਜੇ ਕੋਈ ਵੈਲਿਊ ਅਸੀਂ ਬਸ 2 ਨਹੀਂ ਭਰਨਾ, ਸੋ ਸਾਨੂੰ ਇਹਦੀ ਡੋਮੇਨ ਤਾਂ ਪਤਾ ਲੱਗ ਗਈ, ਆਲ ਰੀਅਲ ਨੰਬਰ ਐਕਸੈਪਟ 2 ਤੋਂ ਬਿਨਾਂ। ਹੁਣ ਦੇਖਣੀ ਹੈ ਰੇਂਜ। ਰੇਂਜ ਦੇ ਲਈ ਕੀ ਕੰਸੈਪਟ ਹੁੰਦਾ ਬੱਚੇ, ਕਹਿੰਦੇ ਜੋ ਸਾਨੂੰ ਫੰਕਸ਼ਨ ਦਿੱਤਾ ਹੋਇਆ x/1/2 ਇਹਨੂੰ ਇਕੁਅਲ ਮੰਨ ਲਓ y ਦੇ। ਜਦੋਂ ਵੀ ਡੋਮੇਨ ਅਸੀਂ ਨੇ ਰੇਂਜ ਫਾਈਂਡ ਕਰਨੀ ਆ ਤਾਂ ਜੋ ਵੀ ਫੰਕਸ਼ਨ ਦਿੱਤਾ ਹੋਇਆ ਉਹਨੂੰ ਇਕੁਅਲ ਟੂ ਮੰਨ ਲਓ y ਦੇ। ਇਸ ਤੋਂ ਬਾਅਦ x ਦੀ ਵੈਲਿਊ ਕੱਢਣੀ ਹੁੰਦੀ ਆ। ਜਿਵੇਂ ਬੱਚੇ ਹੁਣ ਇਹਦੇ ਵਿੱਚੋਂ ਵੈਲਿਊ ਕੱਢਾਂਗੇ ਤਾਂ ਇੱਧਰ ਜਾ ਕੇ ਕ੍ਰਾਸ ਹੋ ਜਾਏਗਾ, ਬਣ ਜਾਏਗਾ 1 = y × x - 2। ਸੋਲਵ ਕੀਤਾ ਕ੍ਰਾਸ, ਇਹਨੂੰ ਅੱਗੇ ਖੋਲ੍ਹ ਸਕਦੇ ਹਾਂ, y ਅੰਦਰ ਪ੍ਰੋਡਕਟ ਕੀਤੀ yx - 2y। x ਵਾਲੀ ਟਰਮ ਇੱਕ ਸਾਈਡ 'ਤੇ ਰੱਖ ਲਓ, y ਵਾਲੀਆਂ 'ਤੇ ਕੌਨਸਟੈਂਟ ਇੱਕ 1 ਆ ਮਾਈਨਸ ਇੱਧਰ ਆ ਕੇ ਪਲੱਸ 2y = y(x). x ਦੀ ਵੈਲਿਊ ਕੱਢਣੀ ਹੈ ਤਾਂ ਇਹ ਆ ਗਿਆ ਬੱਚੇ 1 + 2y/y = x। x ਦੀ ਵੈਲਿਊ ਆ ਗਈ। ਹੁਣ ਦੇਖੋ ਜਦੋਂ ਅਸੀਂ ਇਹਦੇ ਵਿੱਚ x ਦੀ ਵੈਲਿਊ ਕੱਢੀ ਹੈ ਬੱਚੇ, ਕਹਿੰਦੇ ਸਾਡੇ ਕੋਲ ਕੀ ਆਂਸਰ ਆਊਗਾ 1 + 2y/y। ਹੁਣ ਅਗੇਨ ਜਦੋਂ ਵੀ ਆਂਸਰ ਕੱਢਿਆ, ਜੋ ਅਸੀਂ x ਦੀ ਵੈਲਿਊ ਕੱਢੀ ਹੈ, ਇਹਦਾ ਵੀ ਡਿਨੋਮੀਨੇਟਰ ਸਾਡੇ ਕੋਲ ਕਦੇ 0 ਨਹੀਂ ਬਣਨਾ ਚਾਹੀਦਾ। ਦੇਖੋ ਜੇ ਇਹਦਾ ਆਂਸਰ ਸਾਡੇ ਕੋਲ 0 ਬਣ ਗਿਆ, ਅਗੇਨ 1/1 + ਜੇ y 0 ਹੋਇਆ ਤਾਂ 0/0 ਕਿੰਨਾ ਆ ਜਾਊਗਾ, ਇਨਫਿਨਿਟੀ ਆ ਜਾਏਗਾ, ਫਿਰ ਡਿਫਾਈਨ ਨਹੀਂ ਹੋਏਗਾ। ਸੋ ਕੀ ਕਹਿੰਦੇ ਜਦੋਂ ਅਸੀਂ x ਦੀ ਵੈਲਿਊ ਵੀ ਕੱਢ ਲਈ ਇਨ ਦਾ ਫਾਰਮ ਆਫ y, ਤਾਂ ਅਗੇਨ ਇਹ ਲਵਾਂਗੇ ਕਿ ਉਹਦਾ ਡਿਨੋਮੀਨੇਟਰ ਕਦੇ 0 ਨਹੀਂ ਹੋਊਗਾ। ਅਸੀਂ ਇਹਦੇ ਲਈ ਕੀ ਕਰਾਂਗੇ, ਜੋ ਉਹਦਾ ਡਿਨੋਮੀਨੇਟਰ ਆ ਬੱਚੇ ਉਹਨੂੰ ਇਕੁਅਲ ਟੂ 0 ਮੰਨ ਲਾਂਗੇ। ਜਿਵੇਂ ਹੁਣ ਇਹ ਫੰਕਸ਼ਨ ਆਇਆ ਸੀ 1 + 2y/y = x, ਤਾਂ y ਨੂੰ ਜਦੋਂ ਅਸੀਂ ਡਿਨੋਮੀਨੇਟਰ ਨੂੰ ਇਕੁਅਲ ਟੂ 0 ਰੱਖਿਆ, y ਦੀ ਵੈਲਿਊ ਕੀ ਆ ਗਈ 0। ਜਦੋਂ ਡਿਨੋਮੀਨੇਟਰ ਨੂੰ ਇਕੁਅਲ ਟੂ 0 ਰੱਖਣ 'ਤੇ ਜੋ ਵੀ ਵੈਲਿਊ ਆਉਂਦੀ ਹੈ ਬਸ ਉਹੀ ਸਾਡੀ ਰੇਂਜ ਦਾ ਹਿੱਸਾ ਨਹੀਂ ਹੋਏਗੀ। ਸੋ ਰੇਂਜ ਕੀ ਹੋਏਗੀ, ਆਲ ਰੀਅਲ ਨੰਬਰ। ਸਾਨੂੰ ਹਰ ਰੀਅਲ ਨੰਬਰ ਆਂਸਰ 'ਚ ਮੇ ਵੀ ਮਿਲ ਸਕਦਾ ਬਟ ਐਕਸੈਪਟ 0 ਨਹੀਂ ਮਿਲਦਾ ਹੋਏਗਾ। ਸੋ ਅੱਗੇ ਬੱਚੇ ਸਾਡੇ ਕੋਲ ਕੀ ਆ, ਕਹਿੰਦੇ ਸੋ ਇਹ ਹਰ ਇੱਕ ਵਾਰੀ ਅਸੀਂ ਇਹੀ ਚੈੱਕ ਕਰਾਂਗੇ ਕਿਹੜੇ ਨੰਬਰ ਦੇ ਲਈ ਸਾਨੂੰ ਇਹ ਜਿਹੜੇ ਮਿਲੇ। ਡਿਨੋਮੀਨੇਟਰ ਨੂੰ ਇਕੁਅਲ ਟੂ 0 ਰੱਖੋ, ਜਿਹੜੀ x ਦੀ ਵੈਲਿਊ ਆਈ ਆ ਉਹ ਸਾਡੀ ਡੋਮੇਨ ਦਾ ਹਿੱਸਾ ਨਹੀਂ ਹੋ ਸਕਦਾ। ਅਗੇਨ ਫਿਰ ਦੂਸਰੇ ਪਾਰਟ ਲਈ ਰੇਂਜ ਲਈ ਬੱਚੇ ਜੋ ਫੰਕਸ਼ਨ ਦਿੱਤਾ ਹੋਇਆ ਉਹਨੂੰ ਇਕੁਅਲ ਟੂ y ਰੱਖੋ, x ਦੀ ਵੈਲਿਊ ਕੱਢੋ ਇਨ ਦਾ ਫਾਰਮ ਆਫ y। ਫਿਰ ਜਿਹੜਾ ਫੰਕਸ਼ਨ ਬਣੂਗਾ ਉਹਦੇ ਵਿੱਚੋਂ ਅਗੇਨ ਡਿਨੋਮੀਨੇਟਰ ਨੂੰ ਇਕੁਅਲ ਟੂ 0 ਰੱਖੋ, ਤਾਂ ਜਿਹੜੀ ਵੈਲਿਊ ਆਈ ਉਹ ਸਾਡਾ ਰੇਂਜ ਦਾ ਪਾਰਟ ਨਹੀਂ ਹੋਏਗਾ। ਇੱਕ ਐਗਜ਼ਾਮਪਲ ਹੋਰ ਕਰਦੇ ਹਾਂ। ਕੀ ਹੈ ਬੱਚੇ ਸਾਡੇ ਕੋਲ ਐਗਜ਼ਾਮਪਲ ਨੈਕਸਟ ਹੈਗੀ ਆ, ਕਹਿੰਦੇ 1/x + 1। ਇਹਦੀ ਅਸੀਂ ਨੇ ਡੋਮੇਨ 'ਤੇ ਰੇਂਜ ਫਾਈਂਡ ਕਰਨੀ ਆ। x + 1 ਨਹੀਂ, x - 1 ਲੈ ਲਓ, ਫਿਰ ਇਹ ਪ੍ਰੋਬਲਮ ਨਹੀਂ ਆਏਗੀ। 1/x - 1 ਕੀ ਕਿਹਾ ਬੱਚੇ ਫੰਕਸ਼ਨ ਦੀ ਪਹਿਲੀ ਗੱਲ, ਡੋਮੇਨ ਦੇ ਲਈ ਜੋ ਫੰਕਸ਼ਨ ਦਿੱਤਾ ਹੋਇਆ ਉਹਦਾ ਡਿਨੋਮੀਨੇਟਰ ਇਕੁਅਲ ਟੂ ਰੱਖ ਲਓ 0, x - 1 = 0। x ਦੀ ਵੈਲਿਊ ਕਿੰਨੀ ਆ ਗਈ 1, ਜਿਹੜੀ ਵੈਲਿਊ ਆਈ ਬਸ ਉਹ ਸਾਡੀ ਡੋਮੇਨ ਦਾ ਹਿੱਸਾ ਨਹੀਂ ਹੈਗਾ। ਡੋਮੇਨ ਆਫ ਫੰਕਸ਼ਨ ਕੀ ਹੋਏਗੀ, ਆਲ ਰੀਅਲ ਨੰਬਰ ਐਕਸੈਪਟ 1। ਬਸ ਇਹ 1 ਉਹਦੇ ਵਿੱਚ ਨਹੀਂ ਪਾਉਣਾ। ਫਿਰ ਰੇਂਜ ਦੇ ਲਈ ਕੀ ਕਰਾਂਗੇ ਬੱਚੇ, ਕਹਿੰਦੇ ਰੇਂਜ ਦਾ ਕੰਸੈਪਟ ਕੀ ਆ, ਇਹਨੂੰ ਜਿਹੜਾ ਵੀ ਫੰਕਸ਼ਨ ਹੈਗਾ ਉਹਨੂੰ ਇਕੁਅਲ ਟੂ ਰੱਖ ਲਓ y ਦੇ, x - 1 = y। ਫਿਰ x ਦੀ ਵੈਲਿਊ ਕੱਢਣੀ ਇਨ ਦਾ ਫਾਰਮ ਆਫ y, ਪਹਿਲੇ ਦੀ ਕ੍ਰਾਸ ਕਰ ਦਿਓ, ਇਹ ਬਣ ਜਾਏਗਾ 1 = yx - y। ਐਂਡ x ਦੀ ਵੈਲਿਊ ਕਿੰਨੀ ਆ ਗਈ, ਇੱਧਰ ਆਇਆ ਪਲੱਸ = y(x). x ਦੀ ਵੈਲਿਊ ਸਾਡੇ ਕੋਲ ਕਿੰਨੀ ਆਏਗੀ 1 + y/y। ਅਗੇਨ ਦੇਖੋ ਜਿਹੜਾ ਫੰਕਸ਼ਨ ਆਇਆ ਇਹਦਾ ਡਿਨੋਮੀਨੇਟਰ ਇਕੁਅਲ ਟੂ ਕਿਹਦੇ ਰੱਖ ਲੈਣਾ 0 ਦੇ। ਜਦੋਂ ਇਹਦਾ ਡਿਨੋਮੀਨੇਟਰ y = 0 ਰੱਖਿਆ ਬੱਚੇ, ਇਸਦਾ ਮਤਲਬ y ਦੀ ਵੈਲਿਊ 0 ਆ। ਤਾਂ ਹੁਣ ਸਾਡੀ ਰੇਂਜ ਦੇ ਵਿੱਚ ਸਿਰਫ ਇੱਕ 0 ਐਲੀਮੈਂਟ ਨਹੀਂ ਆਏਗਾ, ਇਸ ਤੋਂ ਬਿਨਾਂ ਸਾਰੇ ਐਲੀਮੈਂਟ ਆ ਜਿਹੜੇ ਸਾਡੀ ਰੇਂਜ ਦੇ ਵਿੱਚ ਆ ਸਕਦੇ ਨੇ। ਇਹ ਸੀਗਾ ਸਾਡੇ ਕੋਲ ਜਦੋਂ ਰੈਸ਼ਨਲ ਫਾਰਮ ਦੇ ਵਿੱਚ ਫੰਕਸ਼ਨ ਹੋਵੇ ਉਹਦੀ ਡੋਮੇਨ 'ਤੇ ਰੇਂਜ। ਹੁਣ ਅੱਜ ਬੱਚੇ ਜੇ ਅੰਡਰ ਰੂਟ ਦੇ ਵਿੱਚ ਕੋਈ ਫੰਕਸ਼ਨ ਪਿਆ ਹੋਵੇ, ਅੰਡਰ ਰੂਟ ਇਨ ਦਾ ਸੈਂਸ ਕਿ ਪਿਆ x - 3 ਅੰਡਰ ਰੂਟ ਦੇ ਵਿੱਚ ਫੰਕਸ਼ਨ ਹੈਗੇ ਹੋਏ, ਦੈਨ ਇਹਦੀ ਡੋਮੇਨ 'ਤੇ ਰੇਂਜ ਫਾਈਂਡ ਆਊਟ ਕਰਨੀ ਆ। ਕੀ ਕਰਾਂਗੇ ਬੱਚੇ, ਕਹਿੰਦੇ ਜਦੋਂ ਵੀ ਅੰਡਰ ਰੂਟ ਅਸੀਂ ਕਿਸੇ ਟਰਮ ਦਾ ਲੈਣਾ ਹੁੰਦਾ, ਉਸ ਟਰਮ ਦੇ ਵਿੱਚ ਕਦੇ ਵੀ ਅੰਡਰ ਰੂਟ 'ਚ ਕਦੇ ਨੈਗੇਟਿਵ ਟਰਮ ਨਹੀਂ ਆ ਸਕਦੀ। ਜੇ ਨੈਗੇਟਿਵ ਅੰਡਰ ਰੂਟ 'ਚ ਆ ਗਿਆ ਬੱਚੇ, ਇਸ ਦਾ ਮਤਲਬ ਉਹਦਾ ਜਿਹੜਾ ਵੈਲਿਊ ਕੰਪਲੈਕਸ ਫਾਰਮ 'ਚ ਆਏਗੀ, ਅਤੇ ਕੰਪਲੈਕਸ ਜੇ ਅਸੀਂ ਨਹੀਂ ਪੜ੍ਹੀ ਤਾਂ ਕੰਪਲੈਕਸ ਫਾਰਮ ਤੋਂ ਬਚਣ ਲਈ ਅਸੀਂ ਕੀ ਕਹਾਂਗੇ, ਪਹਿਲੀ ਗੱਲ ਤਾਂ ਜਿਹੜੀ x - 3 ਦੀ ਵੈਲਿਊ ਜੋ ਅੰਡਰ ਰੂਟ 'ਚ ਪਈ ਆ ਉਹਦੀ ਵੈਲਿਊ ਕੀ ਹੋਣੀ ਚਾਹੀਦੀ ਹੈ, ਹਮੇਸ਼ਾ ਗ੍ਰੇਟਰ ਦੈਨ ਇਕੁਅਲ ਟੂ 0। ਜਾਂ ਤਾਂ 0 ਹੋ ਸਕਦੀ ਹੈ ਜਾਂ ਫਿਰ ਕੋਈ ਵੀ ਪੋਜ਼ੀਟਿਵ 1 2 3 ਕੁਛ ਵੀ ਹੋ ਸਕਦਾ। ਸੋ ਅਸੀਂ ਕੀ ਕਹਾਂਗੇ, ਕਹਿੰਦੇ ਪਹਿਲੀ ਕੰਡੀਸ਼ਨ ਤਾਂ ਇਹ ਲਾਵਾਂਗੇ ਕਿ ਜੋ ਫੰਕਸ਼ਨ ਦਿੱਤਾ ਹੋਇਆ ਤਾਂ ਅੰਡਰ ਰੂਟ ਦੇ ਵਿੱਚ ਜੋ ਵੈਲਿਊ ਪਈ ਆ ਉਹਨੂੰ 0 ਤੋਂ ਵੱਡਾ ਹੋਣਾ ਪਊ। 0 ਤੋਂ ਵੱਡੀ ਕਦੋਂ ਹੋਊਗੀ, ਜਦੋਂ x ਦੀ ਵੈਲਿਊ ਦੇਖੋ 3 ਉੱਧਰ ਚਲਿਆ ਗਿਆ ਤਾਂ x ਦੀ ਵੈਲਿਊ ਗ੍ਰੇਟਰ ਦੈਨ ਇਕੁਅਲ ਟੂ ਕੀ ਹੋਊਗੀ 3। ਸੋ ਬੱਚੇ ਕੀ ਕਹਿੰਦਾ, ਅਸੀਂ ਕਿਹੜੀ ਇਨਪੁਟ ਇਹਨੂੰ ਦੇ ਸਕਦੇ ਹਾਂ,
3 ਤੋਂ ਵੱਡਾ ਕੋਈ ਵੀ ਐਕਸ ਪੁੱਟ ਕਰ ਸਕਦੇ ਹਾਂ 4 5 6 7 8 ਕਿਉਂਕਿ ਜੇ ਇੱਥੇ ਭਰ ਕੇ ਦੇਖੋ ਜੇ ਇੱਥੇ 2 ਭਰਦੇ ਤਾਂ 2 -3 ਕਿੰਨਾ ਹੋ ਜਾਣਾ ਸੀ -1 ਦਾ ਅੰਡਰ ਰੂਟ ਸਾਡੇ ਕੋਲ ਆਇਓਟਾ ਹੁੰਦਾ, ਇੱਥੇ ਉਹ ਡਿਫਾਈਨ ਨਹੀਂ ਹੈਗਾ, ਤਾਂ ਕਰਕੇ ਸਾਡੀ ਡੋਮੇਨ 'ਚ ਸਾਡੀ ਇਨਪੁਟ 'ਚ ਨਹੀਂ ਸ਼ਾਮਿਲ ਹੋ ਸਕਦਾ ਸੀ। ਅਸੀਂ 3 ਪਾਇਆ, ਜੇ ਇਹਦੇ ਆਨਸਰ ਵਿੱਚ 3 ਪਾਇਆ 3 - 3 0 ਹੋ ਗਿਆ, ਠੀਕ ਹੈ ਜੀ, 0 ਦਾ ਸਕੇਅਰ ਰੂਟ 0 ਹੁੰਦਾ, ਇਹ ਬਣ ਸਕਦਾ ਸੀ। 4 ਪਾਇਆ 4 - 3 1 ਹੁੰਦਾ, 1 ਦਾ ਸਕੇਅਰ ਰੂਟ ਅਗੇਨ 1 ਹੁੰਦਾ, ਬਸ ਪੋਜ਼ੀਟਿਵ ਅੰਦਰ ਵੈਲਿਊ ਚਾਹੀਦੀ ਸੀ। ਸੋ ਪੋਜ਼ੀਟਿਵ ਵੈਲਿਊ ਲਈ ਸਾਨੂੰ ਐਕਸ ਕੀ ਭਰਨਾ ਪਏਗਾ, ਜਾਂ 3 ਜਾਂ ਫਿਰ 3 ਤੋਂ ਕੀ ਭਰਨਾ ਪਊਗਾ, ਵੱਡੀ ਵੈਲਿਊ ਭਰਨੀ ਪਊਗੀ। ਸੋ ਇਹਦੀ ਇਸ ਫੰਕਸ਼ਨ ਦੀ ਜਦੋਂ ਵੀ ਅੰਡਰ ਰੂਟ ਆ ਗਿਆ ਸੇਮ ਪ੍ਰੋਸੈਸ ਕਰਾਂਗੇ, ਤਾਂ ਇਹਦੇ ਵਿੱਚ ਸਾਡੇ ਕੋਲ ਡੋਮੇਨ ਕੀ ਹੋਗੀ, ਆਲ ਰੀਅਲ ਨੰਬਰ ਗ੍ਰੇਟਰ ਦੈਨ ਇਕੁਅਲ ਟੂ 3 ਤੋਂ ਵੱਡੇ ਕੋਈ ਵੀ ਰੀਅਲ ਨੰਬਰ ਅਸੀਂ ਪੜ੍ਹ ਸਕਦੇ ਹਾਂ। ਫਿਰ ਰੇਂਜ ਹੋ ਗਿਆ ਵਿੱਚ, ਰੇਂਜ ਕੀ ਆਏਗੀ ਸਾਡੇ ਕੋਲ, ਹੁਣ ਇਹਦਾ ਆਨਸਰ ਕੀ ਆ ਸਕਦਾ, ਰੇਂਜ ਕੀ ਕਿਹਾ ਸੀ ਅਸੀਂ, ਕਹਿੰਦੇ y - 3 ਜੋ ਫੰਕਸ਼ਨ ਉਹਨੂੰ ਇਕੁਅਲ ਟੂ y ਮੰਨ ਲਓ, ਇਹਦੇ ਵਿੱਚੋਂ x ਦੀ ਵੈਲਿਊ ਕੱਢਣੀ ਹੈ। ਸਕੇਅਰ ਰੂਟ ਪ੍ਰੋਬਲਮ ਦੇ ਰਿਹਾ ਤਾਂ ਸਕੇਅਰਿੰਗ ਬੋਥ ਸਾਈਡ ਕਰ ਦਿਓ, ਜਦੋਂ ਸਕੇਅਰਿੰਗ ਬੋਥ ਸਾਈਡ ਕੀਤੀ ਇੱਧਰ ਵੀ ਸਕੇਅਰ ਇੱਧਰ ਵੀ ਸਕੇਅਰ, ਸਕੇਅਰ ਨਾਲ ਅੰਡਰ ਰੂਟ ਕੈਂਸਲ, ਤਾਂ ਇਹ ਬਣ ਗਿਆ x - 3 ਇਜ਼ ਇਕੁਅਲ ਟੂ y ਦੀ ਸਕੇਅਰ। x ਦੀ ਵੈਲਿਊ ਕਿੰਨੀ ਹੈਗੀ ਵਿੱਚ y ਸਕੇਅਰ ਪਲੱਸ ਆਫ 3, ਦੇਖੋ y ਸਕੇਅਰ ਪਲੱਸ 3 ਕੋਈ ਡਿਨੋਮੀਨੇਟਰ ਨਹੀਂ ਹੈਗਾ, ਕੋਈ ਸਾਡੇ ਕੋਲ ਇਹੋ ਜਿਹੀ ਪ੍ਰੋਬਲਮ ਨਹੀਂ ਆ ਸਕਦੀ, ਜਿਹੜੀ ਮਰਜ਼ੀ x ਭਰ ਲਓ ਸਾਨੂੰ ਹਮੇਸ਼ਾ y ਦੀ ਸਕੇਅਰ ਪਲੱਸ 3 ਮਿਲ ਜੂਗਾ। ਹੁਣ ਦੇਖੋ ਇਹਦਾ ਆਨਸਰ ਕਿਵੇਂ ਆ ਬੱਚੇ, ਕਿਹੜਾ ਇਹਦਾ ਆਨਸਰ ਆ ਸਕਦਾ, y ਦੀ ਸਕੇਅਰ ਜੇ ਕਿਸੇ ਵੀ ਨੈਗੇਟਿਵ ਟਰਮ ਦੀ ਸਕੇਅਰ ਕਰੋਗੇ ਆਨਸਰ ਕੀ ਆਊਗਾ, ਪੋਜ਼ੀਟਿਵ, ਇਹ ਵੀ ਪੋਜ਼ੀਟਿਵ ਆ, ਪਲੱਸ 3 ਇਹ ਵੀ ਪੋਜ਼ੀਟਿਵ ਆ, ਆਨਸਰ ਪੋਜ਼ੀਟਿਵ ਪਲੱਸ ਪੋਜ਼ੀਟਿਵ ਹਮੇਸ਼ਾ ਕੀ ਆਊਗਾ, ਪੋਜ਼ੀਟਿਵ। ਕਹਿੰਦੇ ਫਿਰ ਇਸ ਦਾ ਮਤਲਬ ਸਾਨੂੰ ਆਨਸਰ ਕੀ ਮਿਲ ਰਿਹਾ, ਸਾਨੂੰ ਆਊਟਪੁੱਟ ਕੀ ਮਿਲ ਰਹੀ ਆ, ਹਰ ਜਿਹੜੀ ਵੀ ਜਦੋਂ ਵੀ ਵੈਲਿਊ ਭਰੋਗੇ ਤਾਂ ਹਰ ਵੈਲਿਊ ਲਈ ਸਾਨੂੰ ਇੱਕ ਪੋਜ਼ੀਟਿਵ ਆਨਸਰ ਮਿਲ ਰਿਹਾ। ਉਹ ਪੋਜ਼ੀਟਿਵ ਨੰਬਰ ਕੋਈ ਵੀ ਹੋ ਸਕਦਾ 1 2 3 4 5 6, ਬਸ ਕੀ ਹੋਊਗਾ ਉਹ ਪੋਜ਼ੀਟਿਵ ਹੋਊਗਾ। ਤਾਂ ਇਹਦੀ ਰੇਂਜ ਕੀ ਹੋਗੀ, ਪੋਜ਼ੀਟਿਵ, 0 ਤੋਂ ਲੈ ਕੇ ਪਲੱਸ ਵਾਲੀ ਇਨਫਿਨਿਟੀ ਦੇ ਵਿੱਚ ਕੋਈ ਵੀ ਆਨਸਰ ਆ ਸਕਦਾ ਬੱਚੇ, ਨੈਗੇਟਿਵ ਨਹੀਂ ਆ ਰਿਹਾ, ਕਿਉਂਕਿ y ਦੀ ਵੈਲਿਊ ਇੱਥੇ ਸਾਡੇ ਕੋਲ ਕਦੇ ਨੈਗੇਟਿਵ ਨਹੀਂ ਬਣਨੀ ਉਹਦੀ ਸਕੇਅਰ ਕਰਕੇ। ਸੋ ਇਹਦੀ ਰੇਂਜ ਕੀ ਹੋਗੀ, 0 ਤੋਂ ਲੈ ਕੇ ਇਨਫਿਨਿਟੀ ਤੱਕ ਪੋਜ਼ੀਟਿਵ ਰਹੂਗੀ। ਜੇ ਨਹੀਂ 0 ਤੋਂ ਇਨਫਿਨਿਟੀ ਲਿਖਣਾ ਤਾਂ ਬੱਚੇ ਇਹ ਲਿਖ ਦਿਓ ਆਲ ਪੋਜ਼ੀਟਿਵ ਰੀਅਲ ਨੰਬਰ, ਹਰ ਪੋਜ਼ੀਟਿਵ ਰੀਅਲ ਨੰਬਰ ਸਾਡੇ ਕੋਲ ਇਹਦੀ ਕੀ ਬਣ ਸਕਦਾ, ਰੇਂਜ ਬਣ ਸਕਦਾ। ਇਹ ਸੀਗੀ ਸਾਡੇ ਕੋਲ ਥਰਡ ਟਾਈਪ। ਫੋਰਥ ਟਾਈਪ ਐਗਜ਼ਾਮਪਲ ਹੈਗੀ ਆ ਬੱਚੇ ਜਦੋਂ ਸਾਨੂੰ ਮੋਡ 'ਚ ਪ੍ਰੋਬਲਮ ਦਿੱਤੀ ਹੋਵੇ, x -3 ਅਪੋਨ x - 3 ਇਹ ਸਾਡਾ ਫੰਕਸ਼ਨ ਆ, ਇਹਦੀ ਡੋਮੇਨ ਤੇ ਰੇਂਜ ਫਾਈਂਡ ਕਰਨੀ ਆ। ਪਹਿਲਾ ਪ੍ਰੋਸੈਸ ਉਹੀ ਆ ਬੱਚੇ, ਡੋਮੇਨ ਦੇ ਲਈ ਕਹਿੰਦੇ ਇਹਦਾ ਡਿਨੋਮੀਨੇਟਰ ਅਸੀਂ ਕੀ ਮੰਨ ਲਾਂਗੇ ਕਿ ਨੋਨ ਜ਼ੀਰੋ ਹੋਊਗਾ, ਡਿਨੋਮੀਨੇਟਰ ਮਤਲਬ ਨੀਚੇ ਵਾਲੀ ਟਰਮ ਅਪੋਨ ਦੀ ਨੀਚੇ ਵਾਲੀ ਟਰਮ, x - 3 ਕਿਹਦੇ ਇਕੁਅਲ ਆ, 0 ਦੇ, x ਦੀ ਵੈਲਿਊ ਕਿੰਨੀ ਆ ਗਈ 3, ਇਸ ਦਾ ਮਤਲਬ ਸਾਡੀ ਡੋਮੇਨ 'ਚ ਕੀ ਹੋਊਗਾ, ਇੱਕ ਸਿਰਫ 3 ਨਹੀਂ ਹੋਊਗਾ, ਉਸ ਤੋਂ ਬਿਨਾਂ ਸਾਰੇ ਰੀਅਲ ਨੰਬਰ ਹੋਣਗੇ। ਤਾਂ ਡੋਮੇਨ ਆਫ ਫੰਕਸ਼ਨ ਲਿਖ ਦਾਂਗੇ ਆਲ ਰੀਅਲ ਨੰਬਰ ਐਕਸੈਪਟ 3 ਤੋਂ ਬਿਨਾਂ ਸਾਰੇ ਰੀਅਲ ਨੰਬਰ ਹੋਣਗੇ। ਉਸ ਤੋਂ ਬਾਅਦ ਸੈਕਿੰਡ ਕੀ ਆ, ਇਹਦੀ ਰੇਂਜ। ਬੱਚੇ ਹੁਣ ਇਹ ਦੇਖਣਾ ਕਿ ਇਹਦਾ ਆਨਸਰ ਕਿਹੜਾ ਆ ਸਕਦਾ। ਦੇਖੋ ਹੁਣ ਇੱਥੇ ਮੋਡ ਦੇ ਕਰਕੇ ਸਾਨੂੰ ਮੇਬੀ ਥੋੜੀ ਪ੍ਰੋਬਲਮ ਹੋ ਸਕਦੀ ਹੈ ਕਿ ਮੋਡ ਦੇ ਕਰਕੇ ਆਨਸਰ ਕੀ ਆਊਗਾ, ਕਿਉਂਕਿ ਮੋਡ ਦਾ ਕੰਮ ਕੀ ਹੁੰਦਾ ਬੱਚੇ, ਜੇ ਇਹਦੇ ਵਿੱਚ ਕੋਈ ਨੈਗੇਟਿਵ ਟਰਮ ਪਈ ਆ ਤਾਂ ਉਹਦਾ ਆਨਸਰ ਵੀ ਇਹ ਪੋਜ਼ੀਟਿਵ ਦਊਗਾ, ਬਟ ਜੇ ਪੋਜ਼ੀਟਿਵ ਆ ਤਾਂ ਉਹਨੂੰ ਕੋਈ ਪ੍ਰੋਬਲਮ ਨਹੀਂ, ਉਹਦਾ ਆਨਸਰ ਹਮੇਸ਼ਾ ਪੋਜ਼ੀਟਿਵ ਹੀ ਰਹਿੰਦਾ, ਬਟ ਜੇ ਨੈਗੇਟਿਵ ਆ ਉਹਦਾ ਆਨਸਰ ਵੀ ਕੀ ਆ ਜਾਊਗਾ, ਪੋਜ਼ੀਟਿਵ। ਤਾਂ ਇੱਥੇ ਸਾਡੇ ਕੋਲ 2 ਕੇਸ ਡਿਵਾਈਡ ਹੋ ਜਾਂਦੇ ਨੇ। ਦੇਖੋ ਜੇ ਧਿਆਨ ਨਾਲ ਦੇਖੀਏ ਉੱਪਰ ਵੀ ਉਹੀ ਟਰਮ ਆ ਜਿਹੜੀ ਨੀਚੇ ਟਰਮ ਆ, ਬਸ ਫਰਕ ਕੀ ਆ, ਉੱਪਰ ਦਾ ਮੋਡ ਆ ਤੇ ਨੀਚੇ ਸਾਡੇ ਕੋਲ ਸਿੰਪਲ ਟਰਮ ਪਈ ਆ। ਸੋਚ ਕੇ ਦੇਖੋ ਬੱਚੇ 3 ਦੇ ਨੇੜੇ ਤੇੜੇ ਕੋਈ ਵੈਲਿਊ ਭਰੋ, ਇਹਦੇ ਵਿੱਚ ਅਸੀਂ 2 ਭਰਿਆ, 2 - 3 ਅਪੋਨ 2 - 3, ਉੱਪਰ ਤਾਂ ਮੋਡ ਆ, 2 - 3 ਕੀਤਾ ਆਨਸਰ -1, ਨੀਚੇ 2 - 3 ਕੀਤਾ ਆਨਸਰ -1, ਬਟ ਉੱਪਰਲੇ -1 ਦਾ ਕੀ ਆ, ਮੋਡ। ਜਦੋਂ -1 ਮੋਡ 'ਚ ਪਿਆ ਤਾਂ ਇਹਦਾ ਆਨਸਰ ਕੀ ਆਊਗਾ ਬੱਚੇ, +1 ਅਪੋਨ ਮੋਡ 1 ਕੱਟ ਕੇ -1, ਸੋ ਉਸ ਟਾਈਮ ਆਨਸਰ ਕੀ ਹੁੰਦਾ, -1। ਜੇ 3 ਤੋਂ ਛੋਟੀ ਵੈਲਿਊ ਅਸੀਂ ਭਰਦੇ ਹਾਂ ਆਨਸਰ ਕੀ ਆਊਗਾ, -1। ਹੁਣ 3 ਤੋਂ ਵੱਡੀ ਵੈਲਿਊ ਕੋਈ ਭਰ ਕੇ ਦੇਖੋ, ਮੰਨ ਲਓ ਉਰੇ 4 ਆ, ਉਰੇ ਵੀ 4 - 3 1 ਆ ਗਿਆ, 1 ਦਾ ਮੋਡ ਅਗੇਨ 1 ਆ ਗਿਆ, 4 - 3 1, ਕਟਿੰਗ ਕਰੋਗੇ ਆਨਸਰ +1। ਤਾਂ ਇਸ ਦਾ ਮਤਲਬ ਸਾਨੂੰ ਆਨਸਰ ਕੀ ਮਿਲ ਰਿਹਾ ਬੱਚੇ, ਜਾਂ ਤਾਂ -1 ਜਾਂ +1, ਜਿਹੜੀ ਮਰਜ਼ੀ ਵੈਲਿਊ ਭਰ ਕੇ ਦੇਖ ਲਓ ਬੱਚੇ, 4 ਨਹੀਂ 5 ਨਹੀਂ 6 ਨਹੀਂ 7 ਨਹੀਂ, ਕੋਈ ਮਰਜ਼ੀ, ਤਾਂ ਆਨਸਰ ਹਮੇਸ਼ਾ ਕੀ ਆਉਂਦਾ ਸਾਡੇ ਕੋਲ, ਜਾਂ ਤਾਂ 1 ਜਾਂ -1। ਹੁਣ ਇਹਨੂੰ ਲਿਖਣਾ ਕਿਵੇਂ ਆ, ਤਾਂ ਕਹਾਂਗੇ ਬੱਚੇ ਰੇਂਜ ਆਫ ਅ ਸਪੇਸ। ਇਹਦੇ ਵਿੱਚ 2 ਕੇਸਿਸ ਬਣਨਗੇ। ਪਹਿਲਾ ਕੇਸ ਇਫ x ਦੀ ਵੈਲਿਊ ਕੀ ਹੋਏਗੀ, <3। ਜੇ x ਦੀ ਵੈਲਿਊ ਸਾਡੇ ਕੋਲ <3 ਆ ਤਾਂ x - 3 ਜਿਹਦਾ ਆਨਸਰ ਕੱਢਾਂਗੇ ਇਹ ਵੀ ਕੀ ਹੋਏਗਾ, <0 ਹੋਏਗਾ, ਨੈਗੇਟਿਵ ਹੋਏਗਾ, ਜਦੋਂ ਆਨਸਰ ਸਾਡੇ ਕੋਲ ਕੀ ਹੈ ਦੀ <3 ਵੈਲਿਊ। ਜੇ ਇਹਦੀ ਵੈਲਿਊ ਵਿੱਚ ਨੈਗੇਟਿਵ ਹੋਏਗੀ ਤਾਂ ਸਾਨੂੰ ਫੰਕਸ਼ਨ ਕੀ ਦੇ ਰੱਖਿਆ, x - 3 ਅਪੋਨ x - 3, ਉੱਪਰਲੇ ਤਾਂ ਮੋਡ, ਤਾਂ ਇਹਦੀ ਵੈਲਿਊ ਜੇ 0 ਆ ਤਾਂ ਇਸਦਾ ਮਤਲਬ ਇਹਦੇ ਵਿੱਚ ਕੀ ਆਊਗੀ, ਨੈਗੇਟਿਵ ਟਰਮ। ਨੀਚੇ ਕੀ ਆ, x - 3 ਐਜ਼ ਇਟ ਇਜ਼। ਬੱਚਿਆਂ ਤੱਕ ਸੇਮ ਟਰਮਸ ਨੇ ਕੱਟੇ ਗਏ, ਮੂਰੇ ਸਿਰਫ ਨੈਗੇਟਿਵ ਦਾ ਸਿੰਬਲ ਰਹਿ ਗਿਆ, -1 ਸਾਡਾ ਆਨਸਰ। ਸੈਕਿੰਡ ਕੇਸ ਕੀ ਬਣੇਗਾ, ਇਫ x ਦੀ ਵੈਲਿਊ > 3 ਆ, 0 ਆ, ਜੇ
3 ਸੌਰੀ ਬੱਚੇ, ਹਾਂਜੀ, ਜੇ ਗ੍ਰੇਟਰ ਦੈਨ ਇਕੁਅਲ ਟੂ 3 ਹੈ, ਜਦੋਂ ਗ੍ਰੇਟਰ ਦੈਨ ਇਕੁਅਲ ਟੂ 3 ਹੈ ਤਾਂ ਇਸ ਮੋਡ ਦੇ ਵਿੱਚ ਆਂਸਰ ਕੀ ਆਊਗਾ ਪੋਜ਼ੀਟਿਵ ਅਪੋਨ ਨੀਚੇ ਕੀ ਹੈ ਸਾਡੇ ਕੋਲ x-3, ਨੀਚੇ ਵੀ x-3 ਹੈ ਤਾਂ ਕੱਟੇ ਜਾਣਗੇ, ਆਂਸਰ ਕੀ ਆ ਜਾਊਗਾ 1। ਸੋ ਇੱਕ ਵਾਰੀ ਪੋਜ਼ੀਟਿਵ 1 ਆਉਂਦਾ, ਇੱਕ ਵਾਰੀ ਨੈਗੇਟਿਵ 1 ਆਉਂਦਾ, ਇਸ ਤੋਂ ਬਿਨਾਂ ਹੋਰ ਕੋਈ ਇਹਦਾ ਆਂਸਰ ਆ ਜਿਹੜਾ ਉਹ ਪੋਸੀਬਲ ਨਹੀਂ ਹੈਗਾ। ਸੋ ਇਹਦੀ ਰੇਂਜ ਕੀ ਹੋਊਗੀ ਸਾਡੇ ਕੋਲ, ਜਾਂ ਤਾਂ ਬੱਚੇ -1 ਹੋਊਗੀ ਜਾਂ ਫਿਰ 1 ਹੋਊਗੀ। ਇਹੀ ਸਾਨੂੰ ਆਂਸਰ ਪੋਸੀਬਲ ਆਂਸਰ ਮਿਲ ਰਹੇ ਨੇ, ਆਊਟਪੁੱਟ ਮਿਲ ਰਹੀ ਹੈ, ਦੇਖੋ ਇੱਥੇ ਇਹੀ ਹੈ ਸਾਡੇ ਕੋਲ -1 to 1। ਸੋ 4 ਤਰ੍ਹਾਂ ਦੇ ਫੰਕਸ਼ਨ ਸੀਗੇ ਬੱਚੇ, ਜਾਂ ਤਾਂ ਸਾਡੇ ਕੋਲ ਕੀ ਹੋਣਗੇ, ਸਿੰਪਲ ਹੋਣਗੇ, ਉਹਨਾਂ ਦੀ ਡੋਮੇਨ ਤੇ ਰੇਂਜ, ਜਾਂ ਫਿਰ ਰੈਸ਼ਨਲ ਫਾਰਮ 'ਚ ਹੋਣਗੇ, ਉਹਨਾਂ ਦਾ ਡਿਨੋਮੀਨੇਟਰ 0 ਨਹੀਂ ਹੋਣਾ ਚਾਹੀਦਾ। ਜੇ ਅੰਡਰ ਰੂਟ ਦੀ ਫਾਰਮ 'ਚ ਨੇ ਤਾਂ ਅੰਡਰ ਰੂਟ ਦੇ ਵਿੱਚ ਨੈਗੇਟਿਵ ਟਰਮ ਨਹੀਂ ਹੋਣੀ ਚਾਹੀਦੀ। 4th ਟਾਈਪ ਕੀ ਹੈ, ਜਦੋਂ ਕਿਸੇ ਟਰਮ ਦੇ ਵਿੱਚ ਮੋਡ ਆ ਜਾਵੇ ਫਿਰ ਉਹਦੀ ਡੋਮੇਨ 'ਚ ਰੇਂਜ ਕਿਵੇਂ ਫਾਈਂਡ ਕਰਨੀ ਆ। ਆਈ ਹੋਪ ਡੋਮੇਨ ਤੇ ਰੇਂਜ ਦਾ ਕੰਸੈਪਟ ਆ ਜਿਹੜਾ ਉਹ ਕਲੀਅਰ ਹੋ ਗਿਆ ਹੋਵੇਗਾ। ਥੈਂਕ ਯੂ ਫॉर ਵਾਚਿੰਗ।